अस्सलाम वालेकुम दोस्तों रंधावा व्लॉग यूट्यूब चैनल ते खुश आमदीद। हाँ जी, उम्मीद करते ही तमाम दो ठीक ठाक होणगे। हाँ जी दोस्तों, अज मैं मौजूद हाँ जी लाहौर नदीम ब्रदर आटो इंजीनियरिंग बरकी रोड ते ये ट्रैक्टर एक तैयार करन डे ने। सादा 85 आ ते उन्होंने डीलैक्स मॉडल बनाउण डे ने। ये आपां नदीम साहब नाल गलबात जिहड़ी आ ओह करदे आं और ਇਹਦਾ खर्चा वगैरह भी दोस्तों ਨਾਲ शेयर करते हैं भी ये किन्नी क लागत आई आ ਇਹਨੂੰ डीलैक्स ਬਣਾਉਣ ਦੀ। और नदीम साहब ने की ਇਹਦੇ ਵਿੱਚ ਜਿਹੜਾ ਵਾ ਚੇਂਜ ਕੀਤਾ ਵਾ। ਮੁਕੰਮਲ ਗੱਲਬਾਤ ਜਿਹੜੀ ਆਪਾਂ ਨਦੀਮ ਸਾਹਿਬ ਨਾਲ ਕਰਦੇ ਹਾਂ ਔਰ ਉਹਨਾਂ ਦਾ ਪੁਆਇੰਟ ਆਫ ਵਿਊ ਲੈ ਕੇ ਫਿਰ ਦੋਸਤਾਂ ਨਾਲ ਸ਼ੇਅਰ ਕਰਦੇ ਹਾਂ। ਅਗਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ। ਚੈਨਲ ਤੇ ਨਵੇਂ ਤੇ चैनल ਨੂੰ ਸਬਸਕ੍ਰਾਈਬ कर लियो। नदीम साहब वालेकुम सलाम जनाब, की हाल है? ठीक ठाक। अच्छा नदीम साहब, ये ट्रैक्टर के बारे ना थोड़ा सानू गाइड करो भी ये ट्रैक्टर मॉडल केड़ा वा पहलों? जी आएगा जी 2009 मॉडल। ठीक 75 के 85 जे 85 85 ਤੇ ਇਹ ਕੀ ਇਹਦੇ ਨਾਲ ਤੁਸੀਂ ਕੀਤਾ ਵਾ ਉਹਦੇ ਬਾਰੇ ਅਸੀਂ ਤੁਹਾਨੂੰ ਇੱਥੋਂ ਸ਼ੁਰੂ ਹੋ ਜਾਂਦੇ ਆ, ਤੁਹਾਨੂੰ ਦੱਸ ਦਿੰਦੇ ਆ, ਬਲਕਿ ਇੱਥੋਂ ਸ਼ੁਰੂ ਹੋ ਜਾਂਦੇ ਆ। ਸਭ ਤੋਂ ਪਹਿਲੇ ਆ ਜਿਹੜਾ ਹੈਗਾ ਸੀ ਫਰੰਟ ਐਰੋ ਫਰੇਮ, ਇਹਨੂੰ ਖੋਲ ਕੇ ਤੇ ਇਹਨੂੰ ਇੱਕ ਦੋ ਜਗ੍ਹਾ ਤੋਂ ਵੈਲਡਿੰਗ ਟੁੱਟਾ ਹੋਇਆ ਸੀ, ਉਹਨੂੰ ਵੈਲਡਿੰਗ ਕੀਤਾ, ਪ੍ਰੈਸ ਤੇ ਇਹਨੂੰ ਸਿੱਧਾ ਕਰਕੇ ਇਹਨੂੰ ਸਿੱਧਾ ਕੀਤਾ, ਬਿਲਕੁਲ ਸਿੱਧਾ ਪਤਲਾ ਕਰ ਦਿੱਤਾ। ਠੀਕ ਹੈ, ਫਿਰ ਉਸ ਤੋਂ ਬਾਅਦ ਇਹਦੀ ਜਿਹੜੀ ਬਾਰ ਸੀ, ਆ ਬਾਰ ਦਾ ਜਿਹੜਾ ਬੁਸ਼ ਜਿਹਦੇ 'ਚ ਲੱਗਦੇ ਸੀ ਉਹ ਅਕਸਰ ਗੱਡੀਆਂ ਦੀ ਟੁੱਟ ਜਾਂਦੀ ਹੈ, ਉਹ ਬੜੀ ਹਲਕੀ ਲੱਗੀ ਹੁੰਦੀ ਹੈ। ਉਹ ਜਿਹੜੀ ਸੈਂਟਰ ਵਾਲੀ ਪਿੰਨ ਆ, ਦੇਖੋ ਆ ਜਿਹੜੀ ਪਿੰਨ ਹੈ ਆ ਬੜੀ ਭਾਰੀ ਰੱਖ ਕੇ ਨਵੀਂ ਬਣਾ ਕੇ ਤੇ ਉਹ ਲਾਈ। ਠੀਕ ਹੈ, ਫਿਰ ਉਸ ਤੋਂ ਬਾਅਦ ਆ ਹੱਬਾਂ ਨਵੀਆਂ ਪਾਈ ਹੈ, ਇਹਨਾਂ 'ਚ ਬੈਰਿੰਗ ਨਵੇਂ ਪਾਏ ਆ, ਐਕਸਲ ਨਵੇਂ ਪਾਏ ਆ, ਮੁਕੀਆਂ ਨਵੀਆਂ, ਐਂਡ ਨਵੇਂ। ਤੇ ਫਿਰ ਇੱਧਰ ਨੂੰ ਆ ਜਾਈਏ ਤੇ ਇੱਥੇ ਜਨਾਬ ਇੰਜਨ ਦੇ ਵਿੱਚ ਸਲੀਵਾ ਲਾਈਆ, ਪਿਸਟਨ ਪਾਏ ਆ, ਰਿੰਗ ਪਾਏ ਆ, ਮੇਨ ਬਿਗਨ ਪਾਏ ਆ, ਕਰੈਂਕ ਇਹਦੀ ਸਟੈਂਡਰਡ ਦੀ ਹੈ। ਕਰੈਂਕ ਉਹਨਾਂ ਨੇ ਅੱਗੇ ਹੀ ਬਲੈਤੀ ਪਾਈ ਹੋਈ ਸੀ, ਉਹ ਕਰੈਂਕ ਸਟੈਂਡਰਡ ਤੇ ਰਹੀ ਹੈ। ਬਲੰਸਰ ਵੀ ਇਹਦਾ ਠੀਕ ਹੈ ਤੇ ਬਾਕੀ ਇਹਦਾ ਮਾਮਲਾ ਸਾਰਾ ਠੀਕ ਸੀ। ਅਸੀਂ ਇਹਦਾ ਇੰਜਨ ਓਵਰਹਾਲ ਕਰਕੇ ਇਹਨੂੰ ਬੰਦ ਕਰਕੇ ਇੱਥੇ ਟਿੱਕੀ ਲਾ ਕੇ ਉੱਤੇ ਟਿੱਕੀ ਲਾ ਕੇ ਹੁਣ ਇਹਨੂੰ ਮੁਕੰਮਲ ਧੋਣ ਵਾਸਤੇ ਇਹਨਾਂ ਨੂੰ ਵਾਸ਼ ਕਰਨ ਵਾਸਤੇ ਦੇ ਦਿੱਤਾ। ਉਸ ਤੋਂ ਬਾਅਦ ਗੇਅਰ 'ਚ ਆ ਜਾਈਏ। ਹਾਂਜੀ, ਗੇਅਰ ਦੇ ਵਿੱਚ ਇਹਦੀਆਂ ਗਰਾਰੀਆਂ ਪਈਆਂ, ਇਹ 'ਚ ਸਮਾਨ ਪਿਆ, ਉਹ ਪੁਰਾਣਾ ਸਮਾਨ ਹੁਣੇ ਤੁਹਾਨੂੰ ਦਿਖਾ ਦਾਂਗੇ ਇਹ 'ਚ ਕਿੰਨਾ ਕੁ ਪਿਆ। ਉਸ ਤੋਂ ਬਾਅਦ ਆ ਜਿਹੜਾ ਸਪੇਸਰ ਜੁਆਇੰਟ ਹੈ, ਕਸਟਮਰ ਦੀ ਰਿਕੁਆਇਰਮੈਂਟ ਸੀ ਕਿ ਆ ਸਪੇਸਰ ਪਾ ਕੇ ਵੀ ਜਿਸ ਤਰ੍ਹਾਂ ਤੁਸੀਂ ਆਪਣਾ 290 ਨੂੰ ਲੰਬਾ ਕੀਤਾ ਹੈ ਨਾ, ਮੈਨੂੰ ਵੀ ਟਰੈਕਟਰ ਲੰਬਾ ਕਰਕੇ ਦਿਓ। ਮੈਂ 34 ਲੱਖ ਜ਼ਰੂਰ ਖਰਚਣਾ, ਮੈਨੂੰ ਆ ਟੋਟਾ ਪਾ ਕੇ ਦਿਓ। ਆ ਫਿਰ ਕੰਪਨੀ ਕੋਲੋਂ ਟੋਟਾ ਮੈਂ ਲਿਆ, ATS ਕੰਪਨੀ ਕੋ ਟੋਟਾ ਲਿਆ ਕੇ ਤੇ ਪਾਇਆ, ATS ਦਾ ਲਿਆ ਕੇ ਲਾਇਆ। ठीक है, ये नदीम साहब डीलैक्स मॉडल ही बन गया। हाँ बस वही डीलैक्स ही हो गया ना, उसी तरह ही हो गया। वो बादाना पायदान बाकी ਇਹਦੇ ਵਿੱਚ ਇਹਦਾ ਕੜਾ ਪਿਨੀਅਨ ਚੈੱਕ ਕੀਤਾ ਹੈ, ਸਟਾਰੀਆ ਚੈੱਕ ਕੀਤੀ ਹੈ, ਹਾਈਡ੍ਰੋਲਿਕ ਪੰਪ ਚੈੱਕ ਕੀਤਾ ਹੈ। ਉਸ ਤੋਂ ਬਾਅਦ ਆ ਆਰਮ ਨਵਾਂ ਪਿਆ ਹੈ, ਮੇਰਾ ਖਿਆਲ ਆਰਮ ਪਏ ਹੈ ਕਿ ਨਹੀਂ ਪਏ, ਨਹੀਂ ਮੇਰਾ ਖਿਆਲ ਆਰਮ ਨਹੀਂ ਪਏ, ਆਰਮ ਪੁਰਾਣੇ ਹੈ। ਉਸ ਤੋਂ ਬਾਅਦ ਇਹਦੇ ਜਿਹੜੀ ਆ ਬ੍ਰੇਕਾਂ ਦੇ ਵਿੱਚ ਬ੍ਰੇਕ ਪਲੇਟਾਂ ਪਈ ਹੈ। ਹਾਂਡੀਆਂ ਦੇ ਵਿੱਚ ਇਹਦੀਆਂ ਜਿਹੜੀਆਂ ਗਰਾਰੀਆਂ ਚੈੱਕ ਹੋਈ ਆ, ਉਹਦੀਆਂ ਵਾਸ਼ਲਾ ਰੂਲੇ, ਐਕਸਲ ਜਿਹੜਾ ਢਿੱਲਾ ਸੀ ਉਹਦਾ ਐਕਸਲ ਪੈ ਗਿਆ, ਜਿਹੜੀ ਹਾਂਡੀ ਢਿੱਲੀ ਸੀ ਉਹਦੀ ਹਾਂਡੀ ਵੀ ਪੈ ਗਈ, ਐਕਸਲ ਵੀ ATS ਦਾ ਪਾਇਆ। ਹੁਣ ਪਰਲੀ ਸਾਈਡ ਤੇ ਆ ਜਾਓ ਤੇ ਪਰਲੀ ਸਾਈਡ ਤੇ ਆ ਤੁਹਾਨੂੰ ਨਜ਼ਰ ਆਏਗਾ ਇਹਦੇ ਵਿੱਚ ਆ ਕੜਾ ਵੀ ਖਰਾਬ ਸੀ, ਕੜਾ ਵੀ ਪੈ ਗਿਆ, ਹਾਂਡੀ ਵੀ ਪੈ ਗਈ ਹੈ, ਐਕਸਲ ਵੀ ਪੈ ਗਿਆ। ਉਹਦਾ ਕੜਾ ਸਹੀ ਸੀ, ਉਹਦਾ ਕੜਾ ਰਹਿ ਗਿਆ। ਹੁਣ ਇਸ ਜਗ੍ਹਾ ਤੇ ਆ ਜਾਓ ਤੇ PTO ਸ਼ਾਫਟ ਨਵੀਂ ਪੈ ਗਈ ਹੈ, ਆ ਪਲੇਟ ਨਵੀਂ ਪੈ ਗਈ। ठीक है, थल्ले देखोगे तो आ पिन्ना के ਜਿਹੜੇ ਬੋਰ ਆ ਖੋਚਲੇ ਹੋਏ ਹੁੰਦੇ ਆ ਚੱਲ ਕੇ, ਉਹ ਫਿਰ ਕੀ ਹੁੰਦਾ, ਇਹਨੂੰ ਵੈਲਡਿੰਗ ਕਰੀਏ ਤਾਂ ਖਰਾਬ ਹੋ ਜਾਂਦੇ ਆ। ਇਹਨੂੰ ਮਸ਼ੀਨ ਤੇ ਬੋਰ ਕਰਕੇ ਇਹ 'ਚ ਲੋਹੇ ਦੇ ਬੁਸ਼ ਲਾ ਦਿੱਤੇ ਆ, ਇਹ 'ਚ ਵੀ ਬੁਸ਼ ਲਾ ਦਿੱਤੇ ਆ। ਤੁਸੀਂ ਆ ਦੇਖ ਸਕਦੇ ਜਾਂ ਦੇਖੋ ਇੱਥੇ ਬੁਸ਼ ਲੱਗੇ ਹੋਏ, ਪਿੰਨ ਵਿੱਚ ਬਿਲਕੁਲ ਪੂਰੀ ਕਰ ਦਿੱਤੀ, ਜਿਸ ਤਰ੍ਹਾਂ ਨਵੀਂ ਹੁੰਦੀ ਆ ਉਂਝ ਕਰ ਦਿੱਤੀ ਹੈ। ਬਾਕੀ ਨਦੀਮ ਸਾਹਿਬ ਥੋੜਾ ਜਿਹਾ ਦੱਸੋ ਇਹਦੇ ਬਾਰੇ ਵੀ ਜਿਹੜੀਆਂ ਵੀ ਬ੍ਰੇਕਾਂ ਦੇ ਵਿੱਚ ਪਲੇਟਾਂ ਕਿੰਨੀਆਂ ਪਾਈਆਂ ਜੇ? ਬ੍ਰੇਕਾਂ ਦੇ ਵਿੱਚ ਪਲੇਟਾਂ ਜਿੰਨੀਆਂ ਜੈਨੂਅਨ ਹੁੰਦੀਆਂ ਉਨੀਆਂ ਹੀ ਪਾਈਆਂ, ਜੈਨੂਅਨ 12 ਮੇਰਾ ਖਿਆਲ ਹੁੰਦੀਆਂ, ਜਿੰਨੀਆਂ ਹੁੰਦੀਆਂ ਉਨੀਆਂ ਪਾਈਆਂ। ਲੇਕਿਨ ਆ ਕਿ ਜਿੰਨੀਆਂ ਪਲੇਟਾਂ ਉੱਡੀਆਂ ਹੁੰਦੀਆਂ ਨਾ, ਉਹਦੇ ਵਿੱਚ ਇੱਕ ਮੋਟੀ ਪਲੇਟ ਓਵਰ ਸਾਈਜ਼ ਦੀ ਹੁੰਦੀ ਹੈ, ਉਹ ਪਾ ਦਈਦੀ ਹੈ। ਲੋਹੇ ਦੀਆਂ ਪਲੇਟਾਂ 'ਚ ਆਪਸ਼ਨ ਹੁੰਦੀ ਹੈ, ਅਸੀਂ ਪਲੇਟਾਂ ਨਹੀਂ ਵਧਾਉਂਦੇ, ਸਿਰਫ ਉਹ ਇੱਕ ਪਲੇਟ ਮੋਟੀ ਪਾ ਦਈਦੀ ਹੈ, ਜਾਂ ਕਿਸੇ 'ਚ ਦੋ ਪਲੇਟਾਂ ਮੋਟੀਆਂ ਪੈਣ ਉਹ ਪਾ ਦਈਦੀ ਹੈ। ਲੇਕਿਨ ਇਹਦੀਆਂ ਜਿਹੜੀਆਂ ਹੈਗੀਆਂ ਜੰਦਰੇ, ਉਹਨਾਂ ਨੂੰ ਵੀ ਟੂਲ ਲਾਈਦਾ, ਪਲੇਟਾਂ ਨੂੰ ਵੀ ਟੂਲ ਲਾਈਦਾ, ਇਹਦੇ ਜਿਹੜੇ ਫੇਸ ਜਿੱਥੇ ਬਹਿੰਦੀ ਆ ਉਹਨਾਂ ਨੂੰ ਵੀ ਟੂਲ ਲਾਈਦਾ। ਮਸ਼ੀਨਿੰਗ ਦਾ ਕੰਮ, ਪਾਰਟਸ का कोई चीज़ है रहन नहीं दी, तो टाइम बड़ा लगता, लेकिन कोई चीज़ छड़ी नहीं। आ देखो आ लिफ्टी पंप नवा लाया इधर, ठीक है, इधर भी एंड मुक्की एक्सल हब्बा
ਸਾਰਾ ਕੁਝ। ਇਧਰੋਂ ਜਿਹੜੇ ਇਹਦੇ ਆ ਟਿੱਕੀਆਂ ਖਰਾਬ ਆ, ਸੈਂਟਰ ਵਾਲੀਆਂ ਟਿੱਕੀਆਂ ਦੇਖੋ, ਆ ਟਿੱਕੀਆਂ ਵੈਲਡਿੰਗ ਹੋਈ ਆ, ਆ ਟਿੱਕੀਆਂ ਨਵੀਆਂ ਪੈਣਗੀਆਂ, ਲੇਕਿਨ ਆ ਕੜੇ ਇਹਦੇ ਇਹੋ ਹੀ ਰਹਿਣਗੇ। ਇਹਨਾਂ ਕੜਿਆਂ ਨੂੰ ਮਜਾਈ ਹੋ ਕੇ ਜਿਵੇਂ ਰੰਗ ਹੋਏਗਾ ਨਾ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਨਵੇਂ ਆ ਕਿ ਪੁਰਾਣੇ। ਇਹਨਾਂ ਨੂੰ ਅੰਦਰੋਂ ਬਾਹਰੋਂ ਰੰਗ ਕਰੇਗੇ। ਇਹ ਵੀ ਕੜੇ ਆ ਦੇਖੋ, ਇਹਦੇ ਐਕਸਲਾ ਦਾ ਰਿਮਾ ਦਾ ਹਾਲ। ਆ ਜਿਸ ਟਾਈਮ ਹੋਏਗਾ ਤੁਹਾਨੂੰ ਇੱਕ ਗੱਡੀ ਤਿਆਰ ਹੋਈ ਹੋਈ ਹੈ, ਉਹ ਵੀ ਤੁਹਾਨੂੰ ਦਿਖਾ ਦਿੰਨੇ ਆ। ਅੱਛਾ ਜੀ ਨਦੀਮ ਸਾਹਿਬ, ਸਾਨੂੰ ਥੋੜਾ ਜਿਹਾ ਇੱਕ ਦੱਸ ਦਿਓ, ਬੰਦੇ ਅਕਸਰ ਜਿਹੜੇ ਹੁਣ ਕਹਿਣ ਡਏ ਨੇ ਵੀ ਆਮ ਜਿਹੜੇ 85 ਨੂੰ ਉਹਨਾਂ ਨੂੰ ਡੀਲੈਕਸ ਬਣਾਉਣ ਦੇ ਉੱਤੇ ਕਿੰਨਾ ਖਰਚਾ ਆਉਂਦਾ ਵਾ, ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸ ਦਿਓ। ਦੇਖੋ ਜੀ, ਇਹ ਤੇ ਇੱਕ ਸਪੇਸਰ ਹੀ ਪੈਂਦਾ। ਆ ਸਪੇਸਰ ਤੇ 2 ਸ਼ਾਫਟਾਂ, ਇੱਕ ਕਵਰ। ਇਹਦਾ ਕਿੰਨਾ ਕੁ ਜੇ ਕੋਈ ਖਰਚਾ ਆ ਐਸਟੀਮੇਟ ਸਪੇਸਰ ਦੀ ਇਹ ਕੀਮਤ ਕੰਪਨੀ ਨੇ ਸਾਨੂੰ ਦੱਸੀ ਨਹੀਂ, ਲੇਕਿਨ ਇੰਨਾ ਕੁਝ ਜ਼ਿਆਦਾ ਨਹੀਂ ਆਉਂਦਾ। ਅੰਦਾਜ਼ਾ ਤੇ ਹੁੰਦਾ ਹੀ ਹੈ ਥੋੜਾ ਜਿਹਾ। ਮੇਰਾ ਖਿਆਲ ਹੈ ਕਿ ਬੜਾ ਵੀ ਹੋਇਆ ਤੇ ਲੱਖ ਰੁਪਇਆ ਹੋਏਗਾ। ਯਾਨੀ ਕਿ ਆਮ 85 ਨੂੰ ਲੱਖ ਲਾ ਕੇ ਤੇ ਜਿਹੜਾ ਡੀਲੈਕਸ ਬਣਾ ਸਕਦੇ ਆ। ਬਣ ਸਕਦਾ ਹੈ, ਤੇ ਕਵਰ ਵੀ ਲੱਗਣਾ ਹੈ। ਉਹ 10,000 ਦਾ ਕਵਰ ਆ, ਟੋਟਾ ਹੈ, ਤੇ ਇੱਕ ਉਹ ਪਾਇਦਾਨ ਹੈ। ਅਸੀਂ ਆ ਪਾਇਦਾਨ ਜਿਹੜੇ ਆ ਉਹ ਨਵੇਂ ਨਹੀਂ ਪਾਏ। ਆ ਦੇਖੋ, ਆ ਪਾਇਦਾਨ ਪਏ ਹੋਏ ਆ ਦੇਖੋ। ਆ ਇਹਦੇ ਵਿੱਚ ਪਾਇਦਾਨ ਲੰਬਾ ਕਰ ਦਿੱਤਾ, ਇੱਥੇ ਵੈਲਡਿੰਗ ਕਰ ਦਿੱਤਾ। ਰੰਗ ਤੇ ਹੋਣਾ ਹੀ ਹੋਣਾ ਸੀ, ਇੰਨੀ ਪਲੇਟ ਲਾ ਕੇ, ਬਜਾਏ ਕਿ 25-30 ਹਜ਼ਾਰ ਦੇ ਦੋਨੋਂ ਪਾਇਦਾਨ ਨਵੇਂ ਪਾਏ। ਅਸੀਂ ਉਹ ਪਲੇਟ ਲਾ ਕੇ ਤੈਨੂੰ ਉਸੇ ਪਾਇਦਾਨ ਨੂੰ ਕੰਮ ਲੈ ਲੈਂਦੇ। ਜਦ ਪੇਂਟ ਹੋ ਜਾਣਾ ਪਤਾ ਵੀ ਨਹੀਂ ਲੱਗਣਾ। ਇਹ ਨਾ ਅਗਰ ਸਾਦੇ 85 ਨਹੀਂ ਵਿੱਚ ਸਪੇਸਰ ਵੀ ਪਾਣੇ ਆ ਤੇ ਜੈਕ ਵੀ ਲਾਣੇ ਜਿਹੜੇ ਡਿਲਕਸ ਜਿੰਨਾ ਲਾਏ नहीं, जैक नहीं ऐसी लाएंगे। मतलब वो जी कितना खर्चा हो सकता है? कहा ये और इंशाल्लाह करेंगे जल्दी, और कैलकुलेट करेंगे, तो ही अंदाजा हो जाएगा कितना का खर्चा आता है। इतना ज्यादा खर्चा नहीं आएगा, लेकिन वो जैक का सलीम साहब जी सुनो, सलीम साहब जी सुनो, सलीम साहब क्या इधर आ गए। वो इंशाल्लाह इन फ्यूचर लाएंगे, थोड़ी चेंजिंग करेंगे, लेकिन ऐच नहीं लगनी। ਜਿਹੜਾ ਕੰਪਨੀ ਨੇ ਲਾਇਆ ਉਹ ਤੇ ਫਾਲਟ ਹੈ। ਜਦੋਂ ਥੋੜੇ ਜਿਹੇ ਫੀਟ ਚ ਆਣਗੇ ਆਪਣ ਪਹਿਲੀ ਵਾਰ ਤੇ ਪਤਾ ਲੱਗੇਗਾ ਕਿ ਕੀ ਕਰਦਾ ਹੈ। ਬਸ ਬੜੀ ਪਹਿਲੀ ਤਾਂ ਤੁਸੀਂ ਹੱਥ ਵਾ ਵੇਖੀ ਹੈ ਉਸ ਵੀਡੀਓ, ਲੇਕਿਨ ਆਪਣ ਪਹਿਲੀ ਦੇ ਵਿੱਚ ਚੈੱਕ ਜਾਏਗਾ ਨਾ, ਫਿਰ ਪਤਾ ਲੱਗੇਗਾ ਕਿ ਉਹ ਸਾਡਾ ਸਿਸਟਮ ਠੀਕ ਹੈ ਕਿ ਨਹੀਂ। ਹੋ ਸਕਦਾ ਉਹਨਾਂ ਦਾ ਠੀਕ ਹੋਇਆ, ਸਾਡਾ ਅੰਦਾਜ਼ਾ ਹੀ ਹੈ। ਅਸੀਂ ਕਿਸੇ ਦੀ ਚੀਜ਼ ਨੂੰ ਐਵੇਂ ਕਿਉਂ ਗਲਤ ਕਹੀਏ। ਐਰੀ ਦੇਖੋ, ਐਰੀ ਰਾਏ ਉਹਨਾਂ ਦਾ ਕਲਾਇੰਟ ਦਏ, ਉਹਨਾਂ ਦਾ ਕਸਟਮਰ ਦਏ, ਸਾਡੀ ਬੰਦੀ ਨਹੀਂ ਕਹਿਣੀ, ਸਾਡੀ ਨਹੀਂ ਬੰਦੀ ਕਹਿਣੀ ਜੀ। ਅਗਰ ਅਸੀਂ ਕੋਈ ਮੋਡੀਫਿਕੇਸ਼ਨ ਕੀਤੀ ਤੇ ਅਸੀਂ ਜ਼ਰੂਰ ਹੈ ਹੋਰ ਤਰ੍ਹਾਂ ਦੀ ਕਰਾਂਗੇ, ਇਸ ਤਰ੍ਹਾਂ ਦੀ ਨਹੀਂ ਕਰਾਂਗੇ। ਜੈਕ ਜ਼ਰੂਰ ਲੱਗਣਗੇ, ਲੇਕਿਨ ਇੰਜ ਨਹੀਂ ਲੱਗਣਗੇ। ਸਾਡੀ ਸਮਝ ਦੇ ਮੁਤਾਬਿਕ ਇਹ 'ਚ ਥੋੜਾ ਜਿਹਾ ਐਰਰ ਹੈ। ਹਾਂ, ਥੋੜਾ ਜਿਹੀ ਲਿਫਟਿੰਗ ਕੈਪੈਸਿਟੀ ਬਿਹਤਰ ਹੋਈ ਹੈ, ਲੇਕਿਨ ਉਹਦੀ ਥੋੜੀ ਜਿਹੜਾ ਦੂਸਰੇ ਮਾਮਲਾ ਤੇ ਉਹ 'ਚ ਗੜਬੜ ਹੋਈ। ਸਲੀਮ ਸਾਹਿਬ ਜੀ ਦਾ ਕਹਿੰਦਾ ਕਾਫੀ ਜ਼ਿਆਦਾ ਸਵਾਲ ਡਿਲਕਸ ਮਾਡਲ ਦੇ ਵਿੱਚ ਟੈਂਪਲ ਪਲੇਟ ਲਾਈ ਪੁਰਾਣੀ ਪਲੇਟ ਜਿਹੜਾ ਨਾ, ਜਿਹੜੀ ਮੈਸੇਜ ਕਰ ਉਹਦੇ ਬਾਰੇ ਦੱਸੋ ਕੀ ਟੈਂਪਲ ਪਲੇਟ ਕਾਫੀ ਜ਼ਿਆਦਾ ਕਹਿ ਰਹੇ ਕਿ ਜਿਹੜਾ ਪਲੇਟ ਦੇਖੀ ਨਹੀਂ ਹੈ ਵੈਸੇ ਮੇਰੇ ਹਿਸਾਬ ਨਾਲ ਤਾਂ ਜਿਹੜੀ ਇਸ ਪਲੇਟ ਹੈ ਜਿਸ ਤਰ੍ਹਾਂ ਉਹ ਫੁੱਲ ਹੋਏਗੀ, ਜਿਸ ਤਰ੍ਹਾਂ ਕਿ ਆਮ ਲੈਦਰ ਪਲੇਟ ਹੈ ਉਸ ਤਰ੍ਹਾਂ ਪੂਰੀ ਦੀ ਪੂਰੀ ਹੋਏਗੀ। ਟੈਂਪਲ ਪਲੇਟ ਅਸੀਂ ਉਹਨੂੰ ਕਹਿੰਦੇ ਆ ਕਿ ਪੂਰਾ ਰੋਡ ਚ ਸਰਾਮਿਕ ਚ ਪੂਰੀ ਦੀ ਪੂਰੀ ਪਲੇਟ ਬਣੇ, ਔਰ ਉਹਦੇ ਵਿੱਚ ਅੰਦਰ ਸਪਰਿੰਗ ਲਾ ਦਿੱਤੇ ਜਾਂਦੇ ਹੈ, ਹਲਕੀ ਜਿਹੀ ਉਹ 'ਚ ਲਚਕ ਦਿੱਤੀ ਜਾਂਦੀ ਹੈ, ਜਿਸ ਤਰ੍ਹਾਂ ਡੈਂਪਰਾਂ ਦੀ ਹੁੰਦੀ ਆ ਜਾਂ ਕਾਰਾਂ ਦੀ ਹੁੰਦੀ ਆ। ਗੱਡੀਆਂ ਦੀ ਤੁਸੀਂ ਦੇਖੋਗੇ ਗੇਅਰ ਸਮੂਥ ਵਾਸਤੇ ਹਲਕੇ ਜਿਹੇ ਉਹ 'ਚ ਸਪਰਿੰਗ ਹੁੰਦੇ ਆ, ਉਹ ਸਪਰਿੰਗ ਜਿਹੜੀ ਆ ਉਹ ਫਿਰ ਉਹਨੂੰ ਥੋੜੀ ਜਿਹੀ ਲਚਕ ਦਿੰਦੇ, ਯਾਨੀ ਕਿ ਉਹ ਜਿਹੜਾ ਹਲਾਰਾ ਹੈ ਉਹ ਕਵਰ ਕਰਦੇ। ਬਾਕੀ हाँ, और वो एक अच्छी टेक्नोलॉजी देखो, जितने जापानी इंजन है, अब बड़े ट्रक ट्राले सारे जो स्प्रिंग वाले लेकिन मेन पार्ट ਜਿਹੜਾ ਨਾ ਦੇਖਿਆ ਉਸ ਪਲੇਟ ਦਾ ਨੁਕਸਾਨ ਸਭ ਤੋਂ ਬਿਹਤਰ ਉਹ ਆਲਟੋ ਤੇ ਕਿ ਉਹਦਾ ਫਰਾਈ ਵੀਲ ਹੁੰਦਾ ਹੈ ਬਹੁਤ ਜ਼ਿਆਦਾ ਉੱਡਦੀ ਹੈ। ਸਾਡੀ ਉਸ ਮਟੀਰੀਅਲ ਦੀ ਫਰਾਈ ਵੀਲ ਔਰ ਪ੍ਰੈਸ਼ਰ ਪਲੇਟ ਨਹੀਂ ਹੈ ਜਿਹੜੀ ਉਹ ਤੇ ਪਲੇਟ ਚੱਲਣੀ ਚਾਹੀਦੀ। ਜਦ ਐਸਆਰ ਦੀ ਬਣੇ ਡਿਸਕ ਮਟੀਰੀਅਲ ਦੀ ਬਣੇ ਤੇ ਫਿਰ ਤੁਸੀਂ ਮੰਨਦੇ ਆ ਕਿ ਕ੍ਰੋਮ ਹੋਵੇ ਪੂਰੀ ਹਾਰਡਨੈਸ ਬਣੇ। ਮੈਂ ਕੰਪਨੀ ਨੇ ਕਿਹਾ ਸਪੈਸ਼ਲ ਇਹਨਾਂ ਨੂੰ ਮੈਸੇਜ ਦੋਸਤ ਦਾ ਡਿਜ਼ਾਈਨ ਉੱਥੋਂ ਲੈ ਕੇ ਬਕਾਇਦਾ ਤੌਰ ਤੇ ਤਿਆਰ ਕਰਵਾਈ। ਤਿਆਰ ਤਾਂ ਪਾਕਿਸਤਾਨ ਚ ਹੋਈ ਹੈ, ਉਹ ਮਟੀਰੀਅਲ ਗ੍ਰੇਡ ਵਰਤੇ ਆ ਜਿਹੜਾ ਗ੍ਰੇਡ ਉਹਨਾਂ ਦਾ ਇੰਗਲੈਂਡ ਦਾ ਜੀ, ਉਹੀ ਵਰਤਦੇ ਹੁੰਦੇ, ਲੇਕਿਨ ਕਹਿੰਦੇ ਉਹੀ ਹੁੰਦੇ, ਲੇਕਿਨ ਸਾਡੇ ਇੱਥੇ ਪਤਾ ਹੀ ਮਾਮਲਾ ਹੁੰਦਾ ਇਸੇ ਤਰ੍ਹਾਂ ਹੈ ਕਿ ਕੋਈ ਚੀਜ਼ਾਂ 'ਚ ਛੋਟੀਆਂ ਮੋਟੀਆਂ ਕਮੀਆਂ ਕੁਤਾਹੀਆਂ ਹੋ ਸਕਦੀ, ਲੇਕਿਨ ਉਹਦੇ ਚੀਜ਼ ਦੀ ਦੇਖੋ, ਫਿਰ ਮੈਂ ਉਹੀ ਗੱਲ ਕਰਾਂਗਾ, ਉਹ ਚੀਜ਼ ਚੱਲੇਗੀ, ਉਹਦੇ ਰਿਜ਼ਲਟ ਫੀਲਡ 'ਚ ਆਉਣਗੇ ਇਨਸ਼ਾਅੱਲਾ। ਹੋ ਸਕਦਾ ਉਹ ਸਾਡੇ ਬਿਹਤਰ ਆਣ ਜਿਵੇਂ, ਅਗਰ ਉਹ ਬਿਹਤਰ ਆਣ ਤੇ ਸਾਨੂੰ ਉਹ 'ਚ ਕੋਈ ਬੁਰਾਈ ਨਹੀਂ ਹੈ। ਕੋਈ ਦੂਸਰੀ ਕੰਪਨੀ ਦੇਖੋ, ਮੈਂ ਤੇ ਇਹੋ ਹੀ ਗੱਲ ਕਹੀ ਸੀ ਕਿ ਜਦੋਂ ATS ਆਇਆ ਸੀ ਕਿ ਯਾਰ ਹੁਣ ਇੱਕ ਕੰਪਨੀ ਨੇ ਬਿਹਤਰੀ ਕੀਤੀ ਹੈ ਨਾ, ਹੁਣ ਦੂਸਰੀਆਂ ਕੰਪਨੀਆਂ ਵੀ ਬਿਹਤਰ ਕਰਨਗੀਆਂ। ਹੁਣ ਉਹ ਵੀ ਬਿਹਤਰੀ ਕਰਨਗੇ ਤੇ ਉਸ ਤੋਂ ਬਾਅਦ ਫਿਰ ਸਾਨੂੰ ਹੋਰ ਬਿਹਤਰ ਕਰਨਾ ਪਏਗਾ, ਤੇ ਫਾਇਦਾ ਕਿਹਦਾ ਹੈ? ਫਾਇਦਾ ਕਿਸਾਨ।
ਅੱਛਾ ਬਾਕੀ ਨਦੀਮ ਸਾਹਿਬ ਇੱਕ ਹੋਰ ਥੋੜਾ ਜਿਹਾ ਦੱਸ ਦਿਓ ਇੰਜਨ ਦੇ ਬਾਰੇ। ਜਿਹੜੇ ਇੰਜਨ ਦੇ ਜਿਹੜੇ ਪਿਸਟਨ ਪਾਏ ਜੇ ਉਹ 4 ਰਿੰਗ ਵਾਲੇ ਤੇ 3 ਰਿੰਗ ਵਾਲੇ ਜੀ ਇਹਦੇ ਵਿੱਚ 4 ਰਿੰਗ ਵਾਲੇ ਪਿਸਟਨ ਪਾਏ। ਇਹ ਜੈਨੂਅਨ ਆ 4 ਵਾਲੇ ਕਿ ਜਾਂ ਆਪ ਜੈਨੂਅਨ ਕੀਤੇ ਐਚ ਆ? 3 ਰਿੰਗ ਵਾਲਾ ਆਂਦਾ, ਲੇਕਿਨ ਅਸੀਂ 4 ਰਿੰਗ ਵਾਲਾ ਹੀ ਤੇ ਪਾਏ। ਉਹ 4 ਰਿੰਗ ਵਾਲਾ ਕਰਨ ਨਾਲ ਕੋਈ ਕਰੰਟ ਤੇ ਲੋਡ ਵਗੈਰਾ ਨਹੀਂ ਨਹੀਂ, ਹੁੰਦਾ? 4 ਰਿੰਗ ਨਾਲ ਇੰਨਾ ਫਰਕ ਨਹੀਂ ਪੈਂਦਾ, ਉਹ 1-2 HP ਦਾ ਫਰਕ ਪੈਂਦਾ ਹੈ। 4 ਲੇਕਿਨ 5 ਰਿੰਗ ਵਾਲਾ ਕਰੀ ਨਹੀਂ ਕਰਦੇ ਅਸੀਂ। ਠੀਕ। 5 ਰਿੰਗ ਨਾਲ ਤੇ 10 HP ਘਟ ਜਾਂਦਾ। ਠੀਕ। ਜੀ ਸਰ ਥੋੜਾ ਜਿਹਾ ਉਹ ਪੇੜ ਦਾ ਸਭ ਪੇਂਟ ਵਾਲਾ ਜਿਹੜਾ ਨया ਟਰੈਕਟਰ ਪੇਂਟ ਹਾਂ ਹਾਂ ਐਰੇ ਹਾਂਜੀ ਨਦੀਮ ਸਾਹਿਬ ਆਪਣੀ ਬਾਤ ਦੱਸ ਦੇਣ ਸਹੀ ਸਾਹਿਬ ਦੇ ਨਾ ਜੀ ਜੀ ਜਨਾਬ, ਆ ਦੇਖੋ ਜੀ, ਆ ਪਲੇਟਾਂ ਛਲੇਟਾਂ ਜਿਹੜੀ ਹੈਗੀ ਹੈ ਨਾ, ਇਹਨਾਂ ਦੀਆਂ ਸਾਰੀਆਂ ਟਰੈਕਟਰਾਂ ਦੇ ਉੱਤੇ ਜਿਸ ਤਰ੍ਹਾਂ ਕਾਰਾਂ ਦੇ ਉੱਤੇ ਅੰਡਰਕੋਟ ਲੱਗਦਾ ਹੈ, ਅੰਡਰਕੋਟ ਲਾ ਕੇ ਤੇ ਫਿਰ ਉਹਨੂੰ ਪਟੀਨਾ ਸ਼ਟੀਨਾ ਲੱਗਦੀ ਹੈ, ਸਾਰੀ ਮੰਜਾਈ ਹੁੰਦੀ ਹੈ, ਰਗੜਾਈ ਹੁੰਦੀ ਹੈ, ਉਸ ਤਰ੍ਹਾਂ ਸਾਰੀ ਕਰਕੇ ਫਿਰ ਇਹਨੂੰ ਪਾਣੀ ਨਾਲ ਵੀ ਬਾਬਾ ਧੋਣਾ, ਧੋ ਕੇ ਜ਼ੰਗ ਕੱਢ ਕੇ ਫਿਰ ਉੱਤੇ ਕਰਨਾ। ਆ ਦੇਖੋ ਐਰੀ ਇੱਥੋਂ ਤੱਕ ਕਿ ਆ ਸਾਈਡ ਦੀਆਂ ਜਿਹੜੀਆਂ ਉਹ ਪਲੇਟਾਂ ਜਿਹੜੀਆਂ ਲੱਗਣੀਆਂ ਹੈ ਨਾ, ਉਹਨਾਂ ਨੂੰ ਵੀ ਆ ਦੇਖੋ ਰੰਗ ਹੋਏਗਾ। ਮੈਂ ਤੁਹਾਨੂੰ ਦਿਖਾਣਾ, ਦੇਖੋ ਆ ਸਾਰਾ ਪੇਂਟ ਇਹਦਾ ਜਿਹੜਾ ਨਾ ਹੋਇਆ ਹੋਇਆ ਸੀ, ਇਹਨਾਂ ਨੂੰ ਦੁਬਾਰਾ ਮਜਾਈ ਕੀਤੀ ਹੈ, ਦੁਬਾਰਾ ਮਜਾਈ ਕਰਕੇ ਤੇ ਫਿਰ ਇਹਨਾਂ ਦੇ ਉੱਤੇ ਪੇਂਟ ਕਰਨ ਦਾ ਹੈ, ਤਾਂ ਕਿ ਇਹਦੇ ਵਿੱਚ ਜਿਹੜੀ ਹੈ ਨਾ ਸਮੂਥਪਨ ਆਏ। ਜਿਸ ਤਰ੍ਹਾਂ ਦੀ ਕੰਪਨੀ ਨੇ ਜਨਮਨ ਹੋਇਆ ਉਸੇ ਤਰ੍ਹਾਂ ਹੋਏਗਾ। ਹਾਂ ਇਨਸ਼ਾਅੱਲਾ ਬਿਹਤਰ ਹੋਏਗਾ। ਹੁਣੇ ਤੁਹਾਨੂੰ ਇਹ ਗੱਡੀ ਦਾ ਦਿਖਾਣੇ ਆ, ਦੇਖੋ ਨਾ ਸਾਰੀਆਂ ਸ਼ੀਲਡਾਂ ਆ ਸਾਰੀ ਸ਼ੋ ਜਿਹੜੀ ਨਵੀਂ ਆਈ ਹੈ, ਇਹਨਾਂ ਚੀਜ਼ਾਂ ਨੂੰ ਕੋਈ ਬੰਦਾ ਇਹਨਾਂ ਨੂੰ ਪਟੀਨਾ ਲਾ ਕੇ ਇਹਦੇ ਟੋਏ ਟਾਏ ਨਹੀਂ ਕਵਰ ਕਰਦਾ। ਆ ਦੇਖੋ ਆ ਲਾ ਦਿੱਤੀ ਹੈ, ਇਹਦੇ ਉੱਤੇ ਹੁਣ ਇਹਦੀ ਮਜਾਈ ਹੋਏਗੀ, ਮਜਾਈ ਹੋ ਕੇ ਫਿਰ ਪੇਂਟ ਹੋਏਗਾ। ਪਟੀਨ ਸਿਰਫ ਉੱਥੇ ਰਹਿ ਜਾਏਗੀ ਜਿਹੜਾ ਟੋਇਆ ਹੈ, ਬਾਕੀ ਉਸ ਤੋਂ ਸਾਰੀ ਸਾਫ਼ ਹੋ ਜਾਏਗੀ। ਆ ਦੇਖੋ ਇਹਨਾਂ ਚੀਜ਼ਾਂ ਦੇ ਉੱਤੇ ਵੀ ਆ ਦੇਖੋ ਇਹ ਪੇਂਟ ਦਾ ਮਿਆਰ, ਤੁਸੀਂ ਇਹਨੂੰ ਇਸ ਤਰ੍ਹਾਂ ਲਟਕਾ ਕੇ ਕੱਲੇ ਕੱਲੇ ਪੀਸ ਨੂੰ ਥੱਲੋਂ ਉਤੋਂ ਅੰਦਰੋਂ ਸਾਰੇ ਪਾਸੇ